ਗੁਰਮੁਖ ਪਿਆਰੇ ਨੇ ਲਿਖਿਆ ਹੈ। ਮਹਾਰਾਜ ਜੀ ਗੁਰੂ ਸਾਹਿਬ ਜੀ ਜਪਜੀ ਸਾਹਿਬ ਵਿੱਚ ਕਹਿ ਰਹੇ ਨੇ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ। ਇਹ ਕਿਸ ਭਾਵ ਨੂੰ ਲੈ ਕੇ ਕਿਹਾ ਗਿਆ ਤੇ ਚੁੱਪ ਕਿਵੇਂ ਹੋਵਾਂਗੇ? ਬਹੁਤ ਸਾਰੇ ਪ੍ਰੇਮੀ ਮੌਨ ਵਿੱਚ ਬੈਠਦੇ ਨੇ, ਫਿਰ ਵੀ ਨਹੀਂ ਪਾ ਸਕਦੇ। ਸਾਨੂੰ ਕਿਸ ਤਰ੍ਹਾਂ ਸੁਚੇਤ ਰਹਿਣਾ ਪੈਣਾ ਕਿ ਅਸੀਂ ਸਹੀ ਮਾਰਗ 'ਤੇ ਚੱਲੀਏ। ਕਿਰਪਾ ਕਰਿਓ ਜੀ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ। ਪਹਿਲਾਂ ਪਿੱਛੇ ਵੀ ਕਾਫੀ ਲੰਬੀ ਵਿਚਾਰ ਕੀਤੀ ਗਈ ਸੀ। ਫਿਰ ਖਿਆਲ ਵਿੱਚ ਲਓ, ਕਿਵ ਕੂੜੈ ਟੁੱਟੈ ਪਾਲ। ਕੂੜ ਦੀ ਦੀਵਾਰ ਕਿਵੇਂ ਟੁੱਟੇ? ਇਹ ਸਵਾਲ ਸੀ ਜਿਹਦਾ। ਕੂੜ ਕੀ ਹੈ? ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਕੂੜ ਦਾ ਅਰਥ ਹੁੰਦਾ ਹੈ ਝੂਠ। ਜੋ ਦਿਖਦਾ ਹੈ ਪਰ ਪਕੜ 'ਚ ਨਹੀਂ ਆਉਂਦਾ। ਹੈ ਤੇ ਹੈ ਪਰ ਮਿਲਦਾ ਨਹੀਂ। ਜਿਵੇਂ ਰਾਤ ਨੂੰ ਤੁਸੀਂ ਸੁਪਨਾ ਦੇਖਦੇ ਹੋ, ਦਿਖਦਾ ਹੈ ਸੁਪਨਾ। ਸੁਪਨੇ ਦੇ ਵਿੱਚ ਤੁਸੀਂ ਦੁੱਖ ਸੁੱਖ ਵੀ ਮਾਣਦੇ ਹੋ। ਦੇਖੋ, ਖੁਸ਼ੀ ਗਮੀ ਵੀ ਆਉਂਦੀ ਹੈ ਸੁਪਨੇ ਦੇ ਵਿੱਚ, ਪਰ ਜਦੋਂ ਦੇਖ ਰਹੇ ਹੁੰਦੇ ਹੋ ਉਦੋਂ ਤੇ ਤੁਸੀਂ ਸੱਚ ਹੀ ਮੰਨਦੇ ਹੋ ਨਾ। ਹਾਂ, ਸਵੇਰੇ ਜਾਗ ਕੇ ਤੁਸੀਂ ਕਹਿੰਦੇ ਹੋ ਝੂਠ ਹੈ, ਪਰ ਜਦੋਂ ਤੁਸੀਂ ਦੇਖਦੇ ਹੋ ਉਦੋਂ ਬਿਲਕੁਲ ਸੱਚ ਪ੍ਰਤੀਤ ਹੁੰਦਾ ਹੈ। ਜੈਸੇ ਸੁਪਨਾ ਰੈਣ ਕਾ ਤੈਸਾ ਇਹ ਸੰਸਾਰ। ਜਿਵੇਂ ਰਾਤ ਦੇ ਸੁਪਨੇ ਦੇ ਵਿੱਚ ਤੁਸੀਂ ਸੁੱਖ ਮਾਣ ਲੈਂਦੇ ਹੋ, ਭੋਗ ਵੀ ਲੈਂਦੇ ਹੋ, ਸੁੱਖ ਵੀ ਮਿਲ ਜਾਂਦਾ ਹੈ ਸਰੀਰ ਨੂੰ, ਤੁਹਾਨੂੰ ਮਹਿਸੂਸ ਵੀ ਹੁੰਦਾ ਹੈ। ਇਵੇਂ ਹੀ ਦਿਨੇ ਵੀ ਤੁਸੀਂ ਜਿਹੜਾ ਸੁੱਖ ਮਾਣਦੇ ਹੋ ਨਾ, ਇਹ ਵੀ ਭਿੰਨ ਨਹੀਂ ਹੈ। ਰਾਤ ਦਾ ਸੁਪਨਾ ਛੋਟਾ ਹੈ, ਦਿਨ ਦਾ ਸੁਪਨਾ ਥੋੜ੍ਹਾ ਜਿਹਾ ਬੜਾ ਹੈ, ਪਰ ਸੁੱਖ ਦੇ ਵਿੱਚ ਭੇਦ ਕਰ ਸਕਦੇ ਹੋ ਤੁਸੀਂ। ਰਾਤ ਨੂੰ ਜਦੋਂ ਸੁਪਨੇ ਦੇ ਵਿੱਚ ਸੁੱਖ ਕੋਈ ਮਾਣਦਾ ਹੈ, ਭੋਜਨ ਵਿਅੰਜਨ ਖਾ ਰਿਹਾ ਸਵਾਦਿਸ਼ਟ, ਤੁਹਾਨੂੰ ਸੁੱਖ ਤੇ ਮਿਲ ਹੀ ਰਿਹਾ ਹੈ ਨਾ, ਜਾਂ ਭੋਗਦਾ ਹੈ ਕਿਸੇ ਇਸਤਰੀ ਨੂੰ, ਕਿਸੇ ਪੁਰਸ਼ ਨੂੰ, ਉਦੋਂ ਬੜਾ ਸੁੱਖ ਮਾਣਦਾ ਹੈ। ਉਹਦੇ ਵਿੱਚ ਤੇ ਦਿਨ ਦੇ ਸੁੱਖ ਵਿੱਚ ਤੁਸੀਂ ਰਾਤ ਨੂੰ ਫਰਕ ਨਹੀਂ ਕਰ ਸਕਦੇ ਹੋ। ਤਾਂ ਐਸਾ ਹੀ ਦਿਨ ਦਾ ਸੁੱਖ ਹੈ। ਪਰ ਜਿਹੜਾ ਜਾਣ ਲੈਂਦਾ ਹੈ ਵੀ ਇਹ ਵੈਸਾ ਹੀ ਸੁਪਨਾ ਹੈ ਜੈਸਾ ਰਾਤ ਦਾ ਹੈ, ਅਸੱਤ ਹੈ, ਜਿਹੜਾ ਲੰਘ ਰਿਹਾ ਹੈ, ਤੁਸੀਂ ਦੇਖੋ ਸੁਪਨਾ ਹੈ ਤਦੇ ਤੇ ਲੰਘ ਰਿਹਾ ਹੈ, ਬੀਤ ਰਿਹਾ ਹੈ, ਮਿਟ ਰਿਹਾ ਹੈ। ਉਹ ਕੱਲ੍ਹ ਦਾ ਦਿਨ ਰਹਿ ਥੋੜ੍ਹੀ ਗਿਆ ਹੈ, ਅੱਜ ਦਾ ਵੀ ਮਿਟ ਗਿਆ। ਕਿੱਥੇ ਹੈ? ਸਭ ਕੁਛ ਤੇ ਮਿਟ ਰਿਹਾ ਹੈ, ਵਾਸਤਵਿਕ ਥੋੜ੍ਹੀ, ਝੂਠ ਹੈ, ਅਸੱਤ ਹੈ। ਤੇ ਜਿਨ੍ਹਾਂ ਨੂੰ ਇਹ ਖਿਆਲ ਵਿੱਚ ਆ ਗਿਆ ਸੀ ਸਤਸੰਗ ਸੁਣਦੇ ਸੁਣਦੇ, ਤੋ ਉਹ ਕੂੜ ਤੋਂ ਛੁੱਟਣ ਦਾ ਉਪਾਅ ਕਰ ਰਹੇ ਸਨ, ਕੂੜ ਵੱਲੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਉਹਨਾਂ ਨੂੰ ਕਹਿ ਗਏ ਉਪਦੇਸ਼ ਹਨ। ਪਰ ਇਹ ਉਪਦੇਸ਼ ਉਹਨਾਂ ਦੇ ਹੱਥਾਂ ਦੇ ਵਿੱਚ ਆ ਗਏ ਹਨ ਜਿਹੜੇ ਸੰਸਾਰ ਨੂੰ ਸੱਤ ਸਮਝ ਰਹੇ ਹਨ ਤੇ ਸੰਸਾਰ ਦੀ ਚਾਹਤ ਦੇ ਨਾਲ ਭਰੇ ਹੋਏ ਹਨ, ਜਿਨ੍ਹਾਂ ਦੀ ਅਜੇ ਸੰਸਾਰ ਵੱਲ ਤ੍ਰਿਪਤੀ ਨਹੀਂ ਹੋਈ। ਉਹ ਇਹਨਾਂ ਉਪਦੇਸ਼ਾਂ ਨੂੰ ਪੜ੍ਹ ਰਹੇ ਹਨ, ਸਮਝ ਰਹੇ ਹਨ ਤੇ ਸਮਝਾ ਰਹੇ ਹਨ। ਹੁਣ ਤੁਸੀਂ ਦੇਖੋ, ਖਿਆਲ ਕਰੋ ਥੋੜ੍ਹਾ ਜਿਹਾ ਵੀ ਉਹ ਕਿਵੇਂ ਸਮਝਣਗੇ। ਹੁਣ ਜਿਹੜੇ ਪੱਖ ਨੂੰ ਤੁਸੀਂ ਜਾ ਹੀ ਨਹੀਂ ਰਹੇ, ਖੋਜ ਹੀ ਨਹੀਂ ਰਹੇ, ਖੋਜ ਹੀ ਨਹੀਂ ਹੈ ਤੁਹਾਡੀ, ਤੁਸੀਂ ਉਸ ਪੱਖ ਨੂੰ ਸਮਝੋਗੇ ਕਿਵੇਂ? ਤੇ ਜਿੱਧਰੋਂ ਤੁਸੀਂ ਛੁੱਟਣਾ ਨਹੀਂ ਚਾਹੁੰਦੇ ਹੋ ਤਾਂ ਉਹਦੇ ਛੁਟਕਾਰੇ ਦਾ ਉਪਾਅ ਵੀ ਤੁਸੀਂ ਕਿਵੇਂ ਪੁੱਛੋਗੇ ਤੇ ਛੁੱਟੋਗੇ ਵੀ ਕਿਵੇਂ? ਤੇ ਇਹ ਉਹ ਹੀ ਛੁੱਟ ਸਕਦਾ ਹੈ ਜਿਹੜਾ ਛੁੱਟਣਾ ਚਾਹੁੰਦਾ ਹੋਵੇ। ਪਹਿਲਾਂ ਤਾਂ ਗੱਲ ਇਹ ਖਿਆਲ ਵਿੱਚ ਰੱਖਣ ਯੋਗ ਹੈ, ਇਹ ਜਿਹੜੇ ਧਾਰਮਿਕ ਉਪਦੇਸ਼ ਹਨ ਨਾ, ਇਹ ਉਹਨਾਂ ਵਾਸਤੇ ਹੀ ਸਨ ਜਿਨ੍ਹਾਂ ਦੀ ਪਰਮਾਤਮਾ ਦੀ ਖੋਜ ਸੀ। ਪਰ ਇਹ ਉਪਦੇਸ਼ ਉਹਨਾਂ ਦੇ ਹੱਥਾਂ ਦੇ ਵਿੱਚ ਚਲੇ ਗਏ ਹਨ ਜਿਨ੍ਹਾਂ ਦੀ ਸੰਸਾਰ ਵੱਲ ਖੋਜ ਹੈ, ਸੰਸਾਰ ਦੀ ਖੋਜ ਹੈ, ਚਾਹਤ ਹੈ। ਤੇ ਉਲਟੀ ਗੱਲ ਹੋ ਗਈ ਨਾ। ਤੇ ਜਿਹੜੇ ਝੂਠ ਵਿੱਚ ਚੱਲ ਰਹੇ ਹਨ, ਝੂਠ ਨੂੰ ਲੋੜ ਰਹੇ ਹਨ, ਝੂਠ ਵਿੱਚ ਜੀ ਰਹੇ ਹਨ, ਝੂਠ ਨੂੰ ਸੋਚ ਰਹੇ ਹਨ, ਉਹ ਕਿਵੇਂ ਇਹ ਉਪਦੇਸ਼ ਨੂੰ ਸਮਝਣਗੇ? ਸਮਝ ਹੀ ਨਹੀਂ ਸਕਦੇ। ਪਹਿਲੀ ਤਾਂ ਗੱਲ ਇਹ, ਭਾਵੇਂ ਲੱਖ ਵਾਰਾਂ ਕਹੋ, ਬਹੁਤ ਵਾਰਾਂ ਕਿਹਾ ਹੈ, ਪਰ ਸਮਝ ਵਿੱਚ ਨਹੀਂ ਆਉਂਦਾ ਹੈ, ਆ ਨਹੀਂ ਸਕਦਾ। ਸਮਝ ਵਿੱਚ ਤੇ ਉਦੋਂ ਹੀ ਆਵੇਗਾ ਨਾ ਜਦੋਂ ਤੁਸੀਂ ਵੀ ਉਸੇ ਸਥਿਤੀ 'ਤੇ ਪਹੁੰਚ ਗਏ ਜਿਹੜੀ ਸਥਿਤੀ 'ਤੇ ਜਾ ਕੇ ਇਹ ਗੱਲ ਸਮਝ ਵਿੱਚ ਆਉਂਦੀ ਹੈ। ਇਹ ਉਹਨਾਂ ਨੂੰ ਗੱਲ ਸਮਝ ਵਿੱਚ ਆਈ ਹੋਵੇਗੀ ਜਿਹੜੇ ਝੂਠ ਤੋਂ ਕਿਨਾਰਾ ਕਰਕੇ ਤੇ ਇੱਕ ਤਰਫ ਬੈਠੇ ਹੋਏ ਸਨ, ਚੁੱਪ ਕਰਕੇ ਤੇ ਕੋਸ਼ਿਸ਼ ਕਰ ਰਹੇ ਸਨ ਚੁੱਪ ਹੋਣ ਦੀ। ਤੇ ਬਾਹਰੋਂ ਤਾਂ ਚੁੱਪ ਹੋ ਗਏ ਸਨ, ਪਰ ਅੰਦਰੋਂ ਚੁੱਪ ਨਹੀਂ ਸੀ ਹੋ ਰਹੇ। ਤੇ ਉਹਨਾਂ ਨੂੰ ਗੁਰੂ ਸਾਹਿਬ ਜੀ ਸਮਝਾ ਰਹੇ ਸਨ ਵੀ ਮਨ ਨੂੰ ਜ਼ਬਰਦਸਤੀ ਚੁੱਪ ਨਹੀਂ ਕਰਾਇਆ ਜਾ ਸਕਦਾ, ਨਾ ਹੀ ਸੋਚ ਵਿਚਾਰ ਕੇ ਮਨ ਨੂੰ ਚੁੱਪ ਕਰਾਇਆ ਜਾ ਸਕਦਾ ਹੈ। ਸੋਚੈ ਸੋਚ ਨਾ ਹੋਵੇ, ਵਿਚਾਰ ਕਰ ਕਰਕੇ ਵੀ ਤੁਸੀਂ ਮਨ ਨੂੰ ਸ਼ਾਂਤ ਨਹੀਂ ਕਰ ਸਕਦੇ। ਨਾ ਬਹੁਤੀ ਸਮਝ ਦੁਆਰਾ, ਸਿਆਣਪ ਦੁਆਰਾ, ਚਤਰਾਈ ਦੁਆਰਾ ਮਨ ਸ਼ਾਂਤ ਹੁੰਦਾ ਹੈ। ਮਨ ਹੀ ਸ਼ਾਂਤ ਨਹੀਂ ਹੁੰਦਾ ਤੇ ਪਰਮਾਤਮਾ ਤੇ ਕਿੱਥੋਂ ਸਮਝ ਵਿੱਚ ਆਵੇਗਾ? ਤੇ ਸਮਝ ਵਿੱਚ ਨਹੀਂ ਆਉਂਦਾ ਹੈ ਕਿਉਂਕਿ ਮਨ ਹੀ ਸ਼ਾਂਤ ਨਹੀਂ ਨਾ ਹੋਇਆ ਹੈ। ਤੇ ਨਾ ਹੀ ਸਾਰੇ ਦੁਨੀਆ ਦੇ ਪਦਾਰਥ ਇਸ ਮਨ ਨੂੰ ਦੇ ਦਿਓ ਤੇ ਤੁਸੀਂ ਸੋਚ ਲਓ ਵੀ ਇਹ ਤ੍ਰਿਪਤ ਹੋ ਜਾਵੇਗਾ ਤੇ ਸ਼ਾਂਤ ਹੋ ਜਾਵੇਗਾ। ਐਸਾ ਵੀ ਨਹੀਂ ਹੋਵੇਗਾ, ਕਿਉਂਕਿ ਤ੍ਰਿਪਤ ਹੀ ਨਹੀਂ ਹੋਵੇਗਾ। ਪਹਿਲੀ ਗੱਲ, ਸੰਸਾਰ ਵਿੱਚ ਕਿਸੇ ਦਾ ਮਨ ਤ੍ਰਿਪਤ ਨਹੀਂ ਹੁੰਦਾ ਹੈ। ਲੱਖ ਜੋਰੇ ਕਰੋੜ ਤੋਰੇ, ਪਰੇ ਪਰੇ ਕੋਹ ਲੂਜੀ ਹੈ, ਨਹੀਂ ਹੁੰਦਾ ਹੈ।
ਤੇ ਮਨ ਨੂੰ ਤੁਸੀਂ ਸਮਝਾ ਕੇ ਨਹੀਂ ਬਿਠਾ ਸਕਦੇ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਸਿਆਣਪ ਦੁਆਰਾ ਨਹੀਂ ਮਨ ਨੂੰ ਬਿਠਾਇਆ ਜਾ ਸਕਦਾ, ਮਨ ਨੂੰ ਮਾਰਿਆ ਜਾ ਸਕਦਾ। ਮਨ ਮਰਦਾ ਨਹੀਂ ਹੈ ਸਿਆਣਪ ਦੁਆਰਾ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ, ਕਿਉਂਕਿ ਸਮਝਾਉਣਾ ਵੀ ਮਨ ਨੇ ਹੀ ਹੈ, ਤੇ ਮਨ ਹੀ ਮਨ ਨੂੰ ਕਿਵੇਂ ਮਾਰੇਗਾ। ਤੇ ਮਨ ਨੂੰ ਮਾਰਨ ਵਾਸਤੇ ਜ਼ਰੂਰਤ ਪੈਂਦੀ ਹੈ ਦੂਸਰੇ ਦੀ। ਉਹਦੀ ਜ਼ਰੂਰਤ ਪੈਂਦੀ ਹੈ ਜਿਹੜਾ ਮਨ ਤੋਂ ਪਾਰ ਗਿਆ ਹੈ। ਉਹ ਜਾਣਦਾ ਹੈ ਮਨ ਕਿਵੇਂ ਮਰਦਾ ਹੈ। ਜਿਹੜਾ ਮਨ ਦੇ ਅਧੀਨ ਹੈ ਉਹਨੂੰ ਪਤਾ ਨਹੀਂ ਹੈ, ਭਾਵੇਂ ਉਹ ਸਾਧਨਾ ਕਰਦਾ ਹੋਵੇ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਬਹੁਤ ਸਾਰੇ ਅਭਿਆਸੀ ਹਨ, ਅਭਿਆਸ ਕਰਦੇ ਹਨ, ਸਾਧਨਾ ਕਰਦੇ ਹਨ, ਸੰਜਮ ਦੇ ਵਿੱਚ ਰਹਿੰਦੇ ਹਨ, ਧਿਆਨ ਵੀ ਕਈ ਕਰਦੇ ਹਨ, ਅਜੇ ਮਨ ਤੋਂ ਮੁਕਤ ਨਹੀਂ ਹੋਏ ਹਨ। ਉਹਨਾਂ ਨੂੰ ਵੀ ਨਹੀਂ ਪਤਾ ਲੱਗੇਗਾ ਵੀ ਮਨ ਤੋਂ ਪਾਰ ਕਿਵੇਂ ਜਾਇਆ ਜਾ ਸਕਦਾ ਹੈ। ਧਾਰਮਿਕ ਜਗਤ ਦੇ ਵਿੱਚ ਸਾਰਿਆਂ ਨੂੰ ਵੱਡੀ ਇੱਕ ਸਮੱਸਿਆ ਇਹ ਆਉਂਦੀ ਹੈ ਵੀ ਬਾਹਰੋਂ ਤੁਹਾਨੂੰ ਪਤਾ ਤੇ ਨਹੀਂ ਲੱਗਦਾ ਹੈ ਵੀ ਕਿਹੜਾ ਮਨ ਤੋਂ ਪਾਰ ਗਿਆ ਹੈ ਤੇ ਕਿਹੜਾ ਨਹੀਂ। ਤੇ ਤੁਸੀਂ ਸੋਚ ਲੈਂਦੇ ਹੋ ਵੀ ਇਹ ਬਹੁਤ ਵੱਡੇ ਅਭਿਆਸੀ ਹਨ, ਦੇਖੋ ਕਿੰਨੀ ਸਾਧਨਾ ਕਰਦੇ, ਕਿੰਨਾ ਨਾਮ ਜਪਦੇ, ਕਈ ਪਾਠ ਕਰਦੇ, ਕਈ ਅਰਥ ਕਰ ਕਰਕੇ ਬਹੁਤ ਵਧੀਆ ਸਪਸ਼ਟ ਕਰ ਦਿੰਦੇ ਹਨ। ਤੇ ਤੁਸੀਂ ਸੋਚਦੇ ਹੋ ਸ਼ਾਇਦ ਇਹਨਾਂ ਨੂੰ ਪਤਾ ਹੋਵੇਗਾ। ਨਹੀਂ, ਮਨ ਤੋਂ ਪਾਰ ਗਏ ਤੋਂ ਬਿਨਾਂ ਤੁਸੀਂ ਨਹੀਂ ਜਾਣ ਸਕਦੇ ਹੋ ਵੀ ਮਨ ਤੋਂ ਪਾਰ ਕਿਵੇਂ ਜਾਇਆ ਜਾ ਸਕਦਾ ਹੈ। ਤੇ ਜਿਹੜੇ ਗਏ ਸਨ, ਮਨ ਤੋਂ ਮੁਕਤ ਹੋਏ ਸਨ ਜਾਂ ਸੰਸਾਰ ਤੋਂ ਮੁਕਤ ਹੋਏ ਸਨ, ਕਿਉਂਕਿ ਸੰਸਾਰ ਹੀ ਮਨ ਹੈ, ਮਨ ਦੁਆਰਾ ਹੀ ਸੰਸਾਰ ਪੈਦਾ ਹੁੰਦਾ ਹੈ। ਤੇ ਪਹਿਲਾਂ ਸੰਸਾਰ ਵੱਲੋਂ ਧਿਆਨ ਹਟਾਉਣਾ ਹੈ ਤੇ ਫਿਰ ਉਹ ਜਿਹੜਾ ਮਨ ਹੈ ਨਾ ਉਹਨੂੰ ਸਮਰਪਿਤ ਕਰਨਾ ਹੈ। ਤੇ ਗੁਰੂ ਸਾਹਿਬ ਜੀ ਕਹਿ ਰਹੇ ਹਨ ਵੀ ਤੁਸੀਂ ਲੱਖ ਕੋਸ਼ਿਸ਼ ਕਰ ਲਓ, ਮਨ ਨੂੰ ਸਮਝਾ ਕੇ ਬੁਝਾ ਕੇ ਤੁਸੀਂ ਸ਼ਾਂਤ ਤੇ ਕਰ ਸਕਦੇ ਹੋ। ਥੋੜ੍ਹਾ ਬਹੁਤਾ ਸਮਝਾ ਕੇ ਬੁਝਾ ਕੇ ਤੁਸੀਂ ਮਨ ਨੂੰ ਸੰਸਾਰ ਵੱਲੋਂ ਹਟਾ ਸਕਦੇ ਹੋ, ਸੰਸਾਰ ਵੱਲੋਂ ਹਟਾ ਸਕਦੇ ਹੋ। ਸਮਝ ਕੰਮ ਆਉਂਦੀ ਹੈ। ਇੱਥੇ ਤੇ ਕਿਹਾ ਗਿਆ ਹੈ ਨਾ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਨਾਲ ਨਹੀਂ ਜਾਵੇਗੀ, ਪਰ ਸਿਆਣਪ ਦੁਆਰਾ, ਸਮਝ ਦੁਆਰਾ ਤੁਸੀਂ ਮਨ ਨੂੰ ਸੰਸਾਰ ਵੱਲੋਂ ਹਟਾ ਸਕਦੇ ਹੋ, ਪਰ ਮਨ ਨੂੰ ਨਹੀਂ ਹਟਾ ਸਕਦੇ ਸਿਆਣਪ ਦੁਆਰਾ। ਮਨ ਨੂੰ ਕਿਵੇਂ ਹਟਾਵੋਗੇ ਤੁਸੀਂ? ਸਿਆਣਪ ਦੁਆਰਾ ਤੇ ਮਨ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ। ਇਹ ਪਿੱਛੇ ਜੇ ਵੀ ਕਿਹਾ ਸੀ ਨਾ ਵੀ ਸਮਝ ਦਰਵਾਜ਼ੇ ਤੱਕ ਲੈ ਜਾਂਦੀ ਹੈ, ਦਰ ਤੱਕ ਲੈ ਜਾਂਦੀ, ਗੁਰੂ ਦੁਆਰੇ ਤੱਕ ਪਹੁੰਚਾ ਦਿੰਦੀ ਹੈ। ਸਮਝਦਾਰ ਗੁਰੂ ਦੁਆਰੇ ਪਹੁੰਚ ਜਾਂਦਾ ਹੈ, ਕਿਉਂਕਿ ਉਹ ਜਾਣਦਾ ਹੈ ਵੀ ਮੈਂ ਆਪਣੀ ਸਮਝ ਦੁਆਰਾ ਮੁਕਤ ਨਹੀਂ ਹੋ ਸਕਦਾ ਮਨ ਤੋਂ, ਕਿਉਂਕਿ ਜਿੰਨੀ ਕੋਸ਼ਿਸ਼ ਕਰਦਾ ਹਾਂ ਓਨਾ ਹੀ ਮਨ ਮਜ਼ਬੂਤ ਹੁੰਦਾ ਹੈ। ਪਿੱਛੇ ਜੇ ਇੱਕ ਬਜ਼ੁਰਗ ਦਾ ਟੈਲੀਫੋਨ ਵੀ ਆਇਆ ਸੀ, ਕਹਿਣ ਲੱਗੇ ਵੀ ਮੈਂ ਮਨ ਤੋਂ ਹਾਰ ਗਿਆ। ਮੈਂ ਕਿਹਾ ਕੀ ਗੱਲ ਹੋਈ? ਕਹਿੰਦਾ ਜਿੰਨੀ ਮੈਂ ਕੋਸ਼ਿਸ਼ ਕਰਦਾ ਹਾਂ ਰੋਕਣ ਦੀ, ਓਨਾ ਹੀ ਜ਼ਿਆਦਾ ਚੱਲਦਾ ਹੈ। ਹੁਣ ਕੋਸ਼ਿਸ਼ ਕਰਨ ਵਾਲਾ ਵੀ ਤਾਂ ਮਨ ਹੀ ਹੈ ਨਾ। ਜਿੰਨੀ ਕੋਸ਼ਿਸ਼ ਕਰੋਗੇ
ਓਨਾ ਹੀ ਮਨ ਚੱਲੇਗਾ, ਕਿਉਂਕਿ ਕੋਸ਼ਿਸ਼ ਵੀ ਮਨ ਦੁਆਰਾ ਹੀ ਹੋ ਰਹੀ ਹੈ। ਮਨ ਦੇ ਦੋ ਹਿੱਸੇ ਹੋ ਜਾਂਦੇ ਹਨ, ਇੱਕ ਕੋਸ਼ਿਸ਼ ਕਰਨ ਵਾਲਾ ਅਤੇ ਦੂਸਰਾ ਕੋਸ਼ਿਸ਼ ਨੂੰ ਨਾਕਾਮ ਕਰਨ ਵਾਲਾ। ਅਤੇ ਕੋਸ਼ਿਸ਼ ਦੁਆਰਾ ਮਨ ਥੋੜ੍ਹੀ ਥਿਰ ਹੋਵੇਗਾ। ਅਤੇ ਥਿਰ ਕਿਉਂ ਕਰਨਾ ਚਾਹੁੰਦੇ ਹੋ ਤੁਸੀਂ? ਵੀ ਸ਼ਾਂਤ ਹੋ ਜੀ, ਸ਼ਾਂਤੀ ਦੀ ਚਾਹਤ। ਹੁਣ ਜਿਹੜੀ ਚਾਹਤ ਹੈ ਸ਼ਾਂਤੀ ਦੀ, ਉਹ ਮਨ ਸ਼ਾਂਤ ਨਹੀਂ ਹੋਣ ਦੇਵੇਗੀ। ਤੁਸੀਂ ਕਹੋਗੇ ਸ਼ਾਂਤ ਹੋਣਾ ਹੈ, ਮਨ ਕਹੇਗਾ ਨਹੀਂ ਹੋਣ ਦੇਣਾ, ਓਨਾ ਹੀ ਜ਼ਿਆਦਾ ਅਸ਼ਾਂਤ ਹੋਵੇਗਾ। ਇਹੋ ਹੀ ਸਮੱਸਿਆ ਆਉਂਦੀ ਹੈ ਅਭਿਆਸੀ ਨੂੰ। ਅਤੇ ਬਹੁਤ ਸਾਰੇ ਅਭਿਆਸੀ ਜਿਹੜੇ ਹਨ ਨਾ, ਉਹ ਜਿਵੇਂ ਇਸ ਬਜ਼ੁਰਗ ਨੇ ਕਿਹਾ ਮੈਂ ਹਾਰ ਗਿਆ, ਤੋ ਛੱਡ ਹੀ ਦਿੰਦੇ ਹਨ ਵੀ ਆਪਣੇ ਵੱਸ ਦੀ ਗੱਲ ਹੀ ਨਹੀਂ, ਸ਼ਾਂਤ ਕਰ ਹੀ ਨਹੀਂ ਸਕਦੇ। ਨਹੀਂ, ਤੁਸੀਂ ਨਹੀਂ ਕਰ ਸਕਦੇ ਉਹ ਸ਼ਾਂਤ, ਪਰ ਜਿਹੜੇ ਸ਼ਾਂਤ ਹਨ ਨਾ, ਉਹਨਾਂ ਨੂੰ ਭੇਟ ਕਰ ਸਕਦੇ ਹੋ ਇਸ ਅਸ਼ਾਂਤੀ ਨੂੰ। ਅਸ਼ਾਂਤੀ ਨੂੰ ਭੇਟ ਕਰ ਦਿੱਤਾ ਤਾਂ ਮਨ ਸ਼ਾਂਤ ਹੋ ਹੀ ਗਿਆ ਨਾ। ਫਿਰ ਮਨ ਹੀ ਅਸ਼ਾਂਤੀ ਹੈ। ਤੇ ਮਨ ਨੂੰ ਬਾਹਰੋਂ ਚੁੱਪ ਕਰਕੇ ਤੁਸੀਂ ਚੁੱਪ ਨਹੀਂ ਕਰਾ ਸਕਦੇ ਹੋ। ਲੱਖ ਅੱਖਾਂ ਮੀਟੋ, ਲੱਖ ਕੋਸ਼ਿਸ਼ ਕਰੋ, ਮਨ ਅੰਦਰੋਂ ਹੋਰ ਚੱਲਦਾ ਹੈ। ਕਈ ਕਹਿੰਦੇ ਵੀ ਹਨ ਅਭਿਆਸੀ, ਕਹਿੰਦੇ ਜਦੋਂ ਅਸੀਂ ਅੱਖਾਂ ਮੀਟ ਕੇ ਬੈਠਦੇ ਹਾਂ ਧਿਆਨ ਵਿੱਚ, ਤਾਂ ਮਨ ਜ਼ਿਆਦਾ ਚੱਲਦਾ ਹੈ, ਕਿਉਂਕਿ ਸਾਰੀ ਊਰਜਾ, ਸਾਰੀ ਸ਼ਕਤੀ ਉਸ ਮਨ ਨੂੰ ਮਿਲ ਜਾਂਦੀ, ਸਰੀਰ ਦੀ ਵੀ, ਅਤੇ ਹੋਰ ਤੇਜ਼ ਚੱਲਦਾ ਹੈ, ਚੁੱਪ ਨਹੀਂ ਹੁੰਦਾ ਹੈ। ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਾਹਾਂ ਲਿਵਤਾਰ। ਲਗਾਤਾਰ ਤੁਸੀਂ ਲਿਵ ਲਾ ਕੇ ਵੀ ਬੈਠੇ ਰਹੋ, ਬਾਹਰੋਂ ਕੋਸ਼ਿਸ਼ ਕਰਦੇ ਰਹੋ ਚੁੱਪ ਹੋ ਜਾਵੇ, ਹੋ ਜਾਵੇ, ਹੋ ਜਾਵੇ, ਨਹੀਂ ਹੁੰਦਾ। ਅੰਦਰੋਂ